ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਵਿੰਦਰ ਸਰਸੀਨੀ ਦੁਆਰਾ ਲਿਖਿਆ ਗਿਆ ਨਾਵਲ ਮੰਦਭਾਗੀ ਕਰਮੂ ਦਾ ਦੂਜਾ ਵਿਆਹ ਦਾ ਭਾਗ 13ਵਾਂ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਕਰਨ, ਪੰਮੀ ਯਾਰ ਮੇਰਾ ਅਮਰੀਕਾ ਜਾਣ ਦਾ ਕੰਮ ਬਣ ਰਿਹਾ, ਇਸ ਲਈ ਮੈਨੂੰ 44 ਲੱਖ ਰੁਪਏ ਦੀ ਲੋੜ ਆ ਤੇ ਤੂੰ ਮੈਨੂੰ ਦੱਸ ਕਿ ਮੇਰੇ 1 ਕਿੱਲੇ ਦਾ ਰੇਟ ਸਾਡੇ ਇਲਾਕੇ ਵਿੱਚ ਕਿੰਨਾ ਮਿਲ ਜਾਵੇਗਾ। ਬਈ ਯਾਰ ਬਹੁਤ ਜ਼ਰੂਰੀ ਆ, ਕਿਉਂਕਿ ਮੇਰੇ ਘਰ ਦੇ ਹਾਲਾਤ ਸਿਰਫ ਮੈਨੂੰ ਹੀ ਪਤਾ ਹਨ ਤੇ ਇਹ ਹਾਲਾਤ ਮੈਂ 5-6 ਸਾਲ ਵਿੱਚ ਅਮਰੀਕਾ ਜਾ ਕੇ ਬਿਲਕੁਲ ਠੀਕ ਕਰ ਲਵਾਂਗਾ। ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਯਕੀਨ ਆ ਆਪਣੇ ਉੱਤੇ। ਪੰਮੀ, ਗੱਲ ਸੁਣ ਫਿਰ, ਸਾਡੇ ਇਲਾਕੇ ਵਿੱਚ 1 ਕਿੱਲੇ ਦਾ ਰੇਟ 16 ਲੱਖ ਰੁਪਏ ਚੱਲ ਰਿਹਾ ਹੈ। ਸ਼ਾਇਦ ਇਹ ਆਉਣ ਵਾਲੇ 6 ਮਹੀਨਿਆਂ ਵਿੱਚ ਵੱਧ ਵੀ ਸਕਦਾ ਹੈ। ਜੇਕਰ ਤੂੰ ਇੰਤਜ਼ਾਰ ਕਰੇ ਤਾਂ ਤੇਰੀ ਜ਼ਮੀਨ ਵਧੀਆ ਰੇਟ ਵਿੱਚ ਵੀ ਵਿਕ ਸਕਦੀ ਆ। ਇਹ ਗੱਲ ਸੁਣ ਕੇ ਕਰਨ ਬਹੁਤ ਖੁਸ਼ ਹੋ ਗਿਆ, ਕਿਉਂਕਿ ਉਹਦੇ ਦਿਮਾਗ ਵਿੱਚ ਚੱਲਣ ਲੱਗ ਪਿਆ ਕਿ ਉਸ ਦਾ ਕੰਮ ਸਿਰਫ 3 ਕਿੱਲੇ ਵੇਚ ਕੇ ਹੀ ਬਣ ਜਾਵੇਗਾ, ਕਿਉਂਕਿ 3 ਕਿੱਲਿਆਂ ਦਾ ਰੇਟ 16 ਲੱਖ ਰੁਪਏ ਦੇ ਅਨੁਸਾਰ 48 ਲੱਖ ਰੁਪਏ ਬਣ ਜਾਂਦਾ ਹੈ। ਅਤੇ ਉਹ ਸੋਚ ਰਿਹਾ ਸੀ ਕਿ ਬਾਕੀ ਦੇ 4 ਲੱਖ ਰੁਪਏ ਹੋਰ ਕਿਤੇ ਕੰਮ ਆ ਜਾਣਗੇ ਤੇ ਉਸ ਕੋਲ ਇੱਥੇ ਖਾਣ ਦੇ ਲਈ 1 ਕਿੱਲਾ ਬਾਕੀ ਰਹਿ ਜਾਵੇਗਾ। ਕਰਨ, ਤੂੰ ਪੰਮੀ ਇਸ ਤਰ੍ਹਾਂ ਕਰ, ਮਾੜਾ ਜਿਹਾ ਜਲਦੀ ਕਰ ਯਾਰ, ਮੇਰੀ ਜ਼ਮੀਨ ਜਿੰਨੀ ਜਲਦੀ ਹੋ ਸਕਦਾ ਸਿਰਫ 3 ਕਿੱਲੇ ਵਿਕਵਾ ਤੇ ਬਾਈ 16 ਲੱਖ ਰੁਪਏ ਤੋਂ ਨਾ ਵੱਧ ਨਾ ਘੱਟ ਹੋਣਾ ਚਾਹੀਦਾ। ਇੰਨੇ ਨੂੰ ਕਰਨ ਦੀ ਮਾਂ ਚਾਹ ਲੈ ਕੇ ਆ ਗਈ। ਪੰਮੀ ਨੇ ਕਰਨ ਦੀ ਮਾਂ ਦੀਆਂ ਅੱਖਾਂ ਵਿੱਚ ਇੱਕ ਤਰਸ ਦਾ ਹੌਂਕਾ ਜਿਹਾ ਵੇਖਿਆ ਤੇ ਉਹ ਸੋਚ ਰਿਹਾ ਸੀ ਕਿ ਕਰਨ ਦੇ ਜਾਣ ਤੋਂ ਬਾਅਦ ਇਸ ਦੀ ਮਾਂ ਦਾ ਹਾਲ ਕਿਹੋ ਜਿਹਾ ਹੋਵੇਗਾ, ਕਿਉਂਕਿ ਇਸ ਦਾ ਬਾਪ ਤਾਂ ਸਿਰੇ ਦਾ ਸ਼ਰਾਬੀ ਬੰਦਾ ਹੈ। ਪਤਾ ਨਹੀਂ ਉਹ ਰੋਜ਼ ਉਸ ਦੀ ਮਾਂ ਨੂੰ ਕੁੱਟਿਆ ਕਰੂਗਾ। ਕਰਨ ਦੀ ਮਾਂ ਕਹਿਣ ਲੱਗੀ, ਲਓ ਪੁੱਤਰੋ, ਚਾਹ ਆ ਚੁੱਕੀ ਆ ਤੇ ਜਰਾ ਅੱਕ ਚੱਬ ਕੇ ਪੀ ਲਿਓ ਪੁੱਤਰੋ, ਕਿਉਂਕਿ ਚਾਹ ਵਿੱਚ ਦੁੱਧ ਘੱਟ ਪਾਇਆ ਗਿਆ ਮੈਥੋਂ। ਪੰਮੀ ਪੁੱਤਰ, ਤੂੰ ਤਾਂ ਜਾਣਦਾ ਹੀ ਆ, ਅਸੀਂ ਦੁੱਧ ਵੀ ਮੁੱਲ ਦਾ ਹੀ ਲੈਂਦੇ ਹਾਂ ਤੇ ਸਾਡਾ ਵੀ ਔਖਾ ਹੀ ਸਰਦਾ। ਪੰਮੀ ਨੇ ਜਦੋਂ ਇਹ ਸ਼ਬਦ ਕਰਨ ਦੀ ਮਾਂ ਦੇ ਮੂੰਹੋਂ ਸੁਣੇ ਤਾਂ ਉਸ ਨੂੰ ਇੰਜ ਲੱਗਿਆ ਕਿ ਉਹ ਕਰਨ ਦੇ ਘਰ ਆ ਕੇ ਬਹੁਤ ਵੱਡਾ ਜ਼ੁਲਮ ਕਰ ਰਿਹਾ ਹੈ, ਕਿਉਂਕਿ ਇੱਕ ਪਾਸੇ ਤਾਂ ਘਰ ਦੀ ਹਾਲਤ ਵੇਖ ਕੇ ਅਤੇ ਦੂਜੇ ਪਾਸੇ ਕਰਨ ਉਸ ਦੇ ਸਿਰ ਹੋ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਜ਼ਮੀਨ ਨੂੰ ਵੇਚ ਕੇ ਉਸ ਨੂੰ ਪੈਸੇ ਮਿਲ ਜਾਣ। ਪੰਮੀ ਦਾ ਜੀਅ ਕਰ ਰਿਹਾ ਸੀ ਕਿ ਕਰਨ ਨੂੰ ਅਲਵਿਦਾ ਕਹਿ ਕੇ ਹੁਣੇ ਹੀ ਘਰ ਚੋਂ ਨਿਕਲ ਜਾਵਾਂ, ਪਰ ਉਹ ਯਾਰੀ ਦੋਸਤੀ ਕਾਰਨ ਮਜਬੂਰ ਸੀ। ਪੰਮੀ ਕਰਨ ਦੀ ਯਾਰੀ ਦੋਸਤੀ ਦੀ ਮਜਬੂਰੀ ਦੇ ਕਾਰਨ ਹਾਲੇ ਤੱਕ ਉਹਨਾਂ ਦੇ ਘਰ ਵਿੱਚ ਬੈਠਾ ਰਿਹਾ ਅਤੇ ਚਾਹ ਦੀ ਘੁੱਟ ਪੀ ਕੇ ਕਰਨ ਨੂੰ ਕਹਿਣ ਲੱਗਾ, ਬਈ ਮੇਰੇ ਵੱਲੋਂ ਇਹ ਕੰਮ ਬਹੁਤ ਔਖਾ ਯਾਰ। ਉੱਤੇ ਕਰਨ ਦੀ ਵਿਚਾਰੀ ਦੁੱਖਾਂ ਭਰੀ ਮਾਂ ਖੜੀ ਸੀ। ਜਦੋਂ ਉਸਨੇ ਸੁਣਿਆ ਤਾਂ ਉਹ ਝੱਟ ਪੁੱਛਣ ਲੱਗ ਪਈ, ਕਰਨ ਦੀ ਮਾਂ, ਕਰਨ ਪੁੱਤ, ਪੰਮੀ ਕਿਹੜੇ ਕੰਮ ਬਾਰੇ ਗੱਲ ਕਰ ਰਿਹਾ ਹੈ ਜਿਹੜਾ ਉਸ ਤੋਂ ਨਹੀਂ ਹੋਣਾ? ਕਰਨ, ਉਹ ਨਹੀਂ ਮਾਂ, ਕੁਝ ਨਹੀਂ, ਤੂੰ ਐਵੇਂ ਨਾ ਚਿੰਤਾ ਕਰੀ ਜਾ। ਕਰਨ ਦੀ ਮਾਂ, ਬੇ ਪੁੱਤ, ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ, ਤੂੰ ਐਵੇਂ ਹੀ ਨਾ ਸਾਡੇ ਗਲ ਕੋਈ ਨਵਾਂ ਹੀ ਸਿਆਪਾ ਪਾ ਦੇਵੀਂ। ਤੇਰਾ ਬਾਪੂ ਜਿਵੇਂ ਮਰਜ਼ੀ ਦਾ, ਪਰ ਉਸ ਚੰਦਰੇ ਨੇ ਕਦੇ ਵੀ ਜ਼ਮੀਨ ਨਹੀਂ ਵੇਚੀ। ਜਦੋਂ ਦਾ ਪੰਮੀ ਤੇਰੇ ਕੋਲ ਬੈਠਿਆ ਪੁੱਤਰਾ, ਮੈਨੂੰ ਬਹੁਤ ਜ਼ਿਆਦਾ ਚਿੰਤਾ ਹੋਈ ਪਈ ਆ। ਜਿਹੜੇ ਸਾਡੇ ਕੋਲ 2 ਟੁੱਕ ਜ਼ਮੀਨ ਦੇ ਬੱਚੇ ਹਨ, ਕਿਤੇ ਤੂੰ ਉਹ ਵੀ ਨਾ ਖੂੰਜੇ ਲਾ ਦੇਵੇਂ। ਪੁੱਤਰਾ ਤੈਨੂੰ ਪਤਾ ਹੀ ਆ, ਜ਼ਮੀਨ ਆਪਣੇ ਹੱਡਾਂ ਵਿੱਚੋਂ ਲਹੂ ਕੱਢ ਕੇ ਫੇਰ ਜਾ ਕੇ ਕਿਤੇ ਬਣਦੀ ਆ। ਤੇਰੇ ਦਾਦੇ ਤੇ ਤੇਰੇ ਪਿਓ ਨੇ ਮਿਲ ਕੇ ਬਹੁਤ ਮਿਹਨਤ ਕਰਕੇ ਇਹ 4 ਕਿੱਲੇ ਬਣਾਏ ਹਨ। ਕਰਨ ਦੀ ਮਾਂ ਨੇ ਪੰਮੀ ਅੱਗੇ ਝੋਲੀ ਅੱਡ ਕੇ ਇਹ ਬੇਨਤੀ ਕੀਤੀ ਕਿ ਪੁੱਤਰਾ, ਤੂੰ ਤਾਂ ਸਮਝਦਾਰ ਆ ਅਤੇ ਤੂੰ ਕਰਨ ਨਾਲ ਸ਼ੁਰੂ ਤੋਂ ਪੜ੍ਹਿਆ ਵੀ ਆ। ਦੇਖੀ ਪੁੱਤਰਾ, ਇੰਨਾ ਵੱਡਾ ਕਹਿਰ ਨਾ ਕਮਾ ਦੇਵੀਂ ਸਾਡੇ ਪਰਿਵਾਰ ਉੱਤੇ। ਜਿਹੜੀਆਂ ਸਵੇਰੇ ਤੇ ਸ਼ਾਮ ਨੂੰ 2 ਰੋਟੀਆਂ ਮਿਲਦੀਆਂ ਹਨ, ਕਿਤੇ ਉਹ ਵੀ ਸਾਨੂੰ ਮਿਲਣੀ ਬੰਦ ਨਾ ਹੋ ਜਾਣ। ਜਦੋਂ ਪੰਮੀ ਨੇ ਇਹਨੇ ਦਰਦ ਭਰੇ ਬੋਲ ਕਰਨ ਦੀ ਮਾਂ ਦੇ ਹੰਝੂਆਂ ਵਿੱਚੋਂ ਬੋਲਦੇ ਹੋਏ ਸੁਣੇ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਜਿਹੜੇ ਹੱਥ ਕਰਨ ਦੀ ਮਾਂ ਪੰਮੀ ਅੱਗੇ ਜੋੜ ਕੇ ਖੜੀ ਸੀ ਤਾਂ ਪੰਮੀ ਨੇ ਉੱਠ ਕੇ ਉਹਨਾਂ ਦੋਵੇਂ ਹੱਥਾਂ ਨੂੰ ਘੁੱਟ ਕੇ ਆਪਣੇ ਹੱਥਾਂ ਨਾਲ ਫੜ ਲਿਆ ਤੇ ਕਹਿਣ ਲੱਗਾ, ਚਾਚੀ ਜੀ, ਤੁਸੀਂ ਮੈਨੂੰ ਗਲਤ ਨਾ ਸਮਝੋ, ਮੈਂ ਤਾਂ ਸਿਰਫ ਕਰਨ ਦੇ ਬੁਲਾਉਣ ਤੇ ਹੀ ਇੱਥੇ ਆਇਆ ਸੀ। ਮੇਰਾ ਇਸ ਵਿੱਚ ਕੋਈ ਵੀ ਅਜਿਹਾ ਇਰਾਦਾ ਨਹੀਂ ਸੀ ਜੋ ਤੁਸੀਂ ਸੋਚ ਰਹੇ ਹੋ। ਕਰਨ, ਨਹੀਂ ਯਾਰ, ਮੈਨੂੰ ਮਾफ़ ਕਰੀ, ਮੈਂ ਇਹ ਕਹਿਰ ਕਦੇ ਵੀ ਨਹੀਂ ਕਮਾ ਸਕਦਾ। ਪੰਮੀ ਨੇ ਜਿਉਂ ਦੀ ਤਿਉਂ ਜਿਹੜੀ ਸਾਹਮਣੇ ਚਾਹ ਬਣੀ ਪਈ ਸੀ ਉਹ ਵੀ ਨਹੀਂ ਪੀਤੀ ਅਤੇ ਕਰਨ ਦੀ ਮਾਂ ਦੇ ਪੈਰਾਂ ਵਿੱਚ ਹੱਥ ਲਾ ਕੇ ਤੇ ਨੀਵੀਆਂ ਅੱਖਾਂ ਕਰਕੇ ਕਰਨ ਨੂੰ
ਢਿੱਲਾ ਜਿਹਾ ਹੱਥ ਮਿਲਾ ਕੇ ਸਿੱਧਾ ਹੀ ਘਰ ਤੋਂ ਬਾਹਰ ਨਿਕਲ ਗਿਆ। ਕਰਨ ਪੰਮੀ ਨੂੰ ਮੱਧਮ ਜਿਹੀ ਆਵਾਜ਼ ਵਿੱਚ ਕਹਿੰਦਾ ਰਿਹਾ, ਬਈ ਥੋੜ੍ਹੀ ਦੇਰ ਰੁਕ ਤਾਂ ਸਹੀ, ਤੈਨੂੰ ਇੱਕ ਗੱਲ ਹੋਰ ਕਹਿਣੀ ਆ। ਪਰ ਪੰਮੀ ਨੇ ਕਰਨ ਦੀ ਕਿਸੇ ਵੀ ਗੱਲ ਨੂੰ ਸੁਣਨ ਤੋਂ ਮਨਾ ਕਰ ਦਿੱਤਾ। ਫਿਰ ਕਰਨ ਗੁੱਸੇ ਵਿੱਚ ਬਹੁਤ ਸੀ। ਉਸਨੇ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਿਆ ਅਤੇ ਆਪਣੀ ਮਾਂ ਨੂੰ ਕੁਝ ਨਾ ਕਿਹਾ ਤੇ ਸਿੱਧਾ ਹੀ ਉਸ ਕਮਰੇ ਤੋਂ ਬਾਹਰ ਨਿਕਲ ਗਿਆ। ਅਤੇ ਫਿਰ ਕਰਨ ਨੇ ਇੱਕ ਹੋਰ ਬੰਦੇ ਨੂੰ ਫੋਨ ਕਰਕੇ ਉਸਨੇ ਪਿੰਡ ਤੋਂ ਬਾਹਰ ਹੀ ਬੁਲਾ ਲਿਆ ਤੇ ਉਹ ਬੰਦਾ ਕੋਈ ਬਾਹਰ ਦਾ ਬਹੁਤ ਵੱਡਾ ਡੀਲਰ ਸੀ। ਕਰਨ ਉਸਦੀ ਗੱਡੀ ਵਿੱਚ ਬੈਠ ਕੇ ਆਪਣੇ ਖੇਤਾਂ ਵੱਲ ਚੱਲ ਪਿਆ ਤੇ ਆਪਣੀ ਸਾਰੀ ਜ਼ਮੀਨ ਉਸਨੂੰ ਵਿਖਾ ਦਿੱਤੀ ਅਤੇ ਉਸ ਡੀਲਰ ਨੇ ਕਰਨ ਦੀ ਸਾਰੀ ਜ਼ਮੀਨ ਦਾ ਰੇਟ ਲਗਾ ਦਿੱਤਾ। ਉਸ ਡੀਲਰ ਨੇ 1 ਕਿੱਲੇ ਦਾ ਰੇਟ ਕਰਨ ਨੂੰ 17 ਲੱਖ ਰੁਪਏ ਦੱਸਿਆ ਅਤੇ ਕੁਝ ਹੀ ਦਿਨਾਂ ਵਿੱਚ ਕਰਨ ਨੇ ਉਸ ਡੀਲਰ ਨਾਲ ਗੱਲਬਾਤ ਕਰਕੇ ਆਪਣੀ ਮਾਂ ਨੂੰ ਬਿਨਾਂ ਦੱਸੇ ਹੀ ਕਾਗਜ਼ਾਂ ਉੱਤੇ ਆਪਣੇ ਸ਼ਰਾਬੀ ਅਤੇ ਅਨਪੜ੍ਹ ਪਿਓ ਦੇ ਅੰਗੂਠੇ ਲਵਾ ਕੇ 3 ਕਿੱਲੇ ਵੇਚ ਦਿੱਤੇ ਅਤੇ ਡੀਲਰ ਨੇ ਆਪਣੀ ਕਮਿਸ਼ਨ ਵਿੱਚੋਂ ਕੱਢ ਕੇ ਕਰਨ ਨੂੰ 49 ਲੱਖ ਰੁਪਏ ਉਸ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੇ। ਹੁਣ ਕਰਨ ਕੋਲ ਸਿਰਫ 1 ਕਿੱਲਾ ਹੀ ਰਹਿ ਗਿਆ ਸੀ ਅਤੇ ਜਦੋਂ ਇਸ ਗੱਲ ਦਾ ਪਤਾ ਕਰਨ ਦੀ ਮਾਂ ਨੂੰ ਲੱਗਾ, ਨਾ ਤਾਂ ਉਹ ਰੋਣ ਜੋਗੀ ਤੇ ਨਾ ਹੀ ਕੁਝ ਕਹਿਣ ਜੋਗੀ ਰਹੀ। ਪਰ ਕਰਨ ਆਪਣੀ ਚਾਲ ਚੱਲਦਾ ਰਿਹਾ। ਉਸ ਦੇ ਦਿਮਾਗ ਵਿੱਚ ਸਿਰਫ ਅਮਰੀਕਾ ਜਾਣ ਦਾ ਭੂਤ ਸਵਾਰ ਹੋ ਚੁੱਕਿਆ ਸੀ ਅਤੇ ਫਿਰ ਕਰਨ ਸਿੱਧਾ ਹੀ ਨੂਰ ਹੁਣਾਂ ਦੇ ਘਰ ਪਹੁੰਚ ਗਿਆ ਅਤੇ ਨੂਰ ਨੂੰ ਸਿੱਧਾ ਜਾ ਕੇ ਦੱਸ ਦਿੱਤਾ, ਬਈ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਹੈ। ਨੂਰ ਇਹ ਗੱਲ ਸੁਣ ਕੇ ਹੱਕਾ ਵੱਕਾ ਰਹਿ ਗਿਆ ਅਤੇ ਨੂਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਉਹ ਸੋਚਣ ਲੱਗ ਪਿਆ, ਇਸਨੇ ਇੰਨੇ ਜ਼ਿਆਦਾ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰ ਲਿਆ। ਨੂਰ ਦੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਜ਼ਰੂਰ ਕੁਝ ਨਾ ਕੁਝ ਕਰਨ ਨੇ ਗਲਤ ਕੀਤਾ ਹੋਵੇਗਾ, ਨਹੀਂ ਤਾਂ ਇੰਨਾ ਜ਼ਿਆਦਾ ਪੈਸਾ ਕਿਵੇਂ ਇਕੱਠਾ ਹੋ ਸਕਦਾ ਹੈ। ਨੂਰ, ਕਰਨ ਸੱਚ ਦੱਸੀ ਯਾਰ, ਇੰਨਾ ਪੈਸਾ ਆਇਆ ਕਿੱਥੋਂ? ਮੇਰੇ ਦੋਸਤ, ਮੇਰੇ ਤੋਂ ਝੂਠ ਨਾ ਬੋਲੀ। ਕਰਨ, ਬਈ ਮੈਂ ਤੈਨੂੰ ਬਾਅਦ ਵਿੱਚ ਸਭ ਕੁਝ ਦੱਸ ਦੇਵਾਂਗਾ, ਤੂੰ ਬਸ ਹੁਣ ਜਲੰਧਰ ਜਾਣ ਦੀ ਤਿਆਰੀ ਖਿੱਚ ਲੈ, ਕਿਉਂਕਿ ਮੈਂ ਇਹ ਮੌਕਾ ਕਦੇ ਵੀ ਗਵਾਉਣਾ ਨਹੀਂ ਚਾਹੁੰਦਾ। ਨੂਰ, ਯਾਰ ਫਿਰ ਵੀ ਤੂੰ ਕੁਝ ਅਜਿਹਾ ਤਾਂ ਨਹੀਂ ਕਰ ਲਿਆ ਜਿਸ ਨਾਲ ਤੇਰੇ ਘਰਦਿਆਂ ਨੂੰ ਬਾਅਦ 'ਚ ਭੁਗਤਣਾ ਪੈ ਜਾਵੇ। ਕਰਨ, ਨਹੀਂ ਨਹੀਂ ਯਾਰ, ਤੂੰ ਮੇਰਾ ਯਕੀਨ ਕਰ, ਮੈਂ ਅਮਰੀਕਾ ਪਹੁੰਚ ਕੇ ਤੇ ਸਾਰੇ ਪੈਸੇ ਆਪਣੇ ਗਲੋਂ ਲਾ ਦੇਵਾਂਗਾ। ਨੂਰ ਵੀ ਵਿਚਾਰਾ ਕੀ ਕਰਦਾ। ਜਦੋਂ ਉਸਨੇ ਕਰਨ ਦੇ ਇਹ ਸ਼ਬਦ ਸੁਣੇ ਤਾਂ ਉਹ ਅੱਗੋਂ ਕੋਈ ਜਵਾਬ ਨਹੀਂ ਦੇ ਸਕਿਆ। ਉਸਨੇ ਚੁੱਪ ਰਹਿਣਾ ਹੀ ਸਹੀ ਸਮਝਿਆ। ਪਿੱਛੋਂ ਦਰਵਾਜ਼ਾ ਖੋਲ੍ਹ ਕੇ ਕਰਮੋ ਵੀ ਉਸ ਕਮਰੇ ਵਿੱਚ ਆ ਗਈ ਜਿੱਥੇ ਇਹ ਦੋਵੇਂ ਬੈਠੇ ਸੀ। ਕਰਮੋ ਨੇ ਪੁੱਛਿਆ, ਕੀ ਗੱਲ ਹੋ ਗਈ? ਤੁਸੀਂ ਦੋਵੇਂ ਬੜੇ ਚਿੰਤਤ ਲੱਗ ਰਹੇ ਹੋ। ਅੱਗੋਂ ਨੂਰ ਨੇ ਕਿਹਾ, ਨਹੀਂ ਭਗਵਾਨੇ, ਅਜਿਹੀ ਕੋਈ ਗੱਲ ਨਹੀਂ, ਬਸ ਇੱਕ ਯੋਜਨਾ ਜਿਹੀ ਬਣਾ ਰਹੇ ਹਾਂ। ਅੱਛਾ ਜੀ, ਚਲੋ ਫਿਰ ਆ ਪਈ ਚਾਹ ਅਤੇ ਦੋਵੇਂ ਪੀ ਲਓ। ਕਰਮੋ ਦੇ ਜਾਣ ਤੋਂ ਬਾਅਦ ਕਰਨ ਨੇ ਨੂਰ ਨੂੰ ਕਿਹਾ, ਬਈ ਕੱਲ੍ਹ ਅਸੀਂ ਜ਼ਰੂਰ ਜਲੰਧਰ ਜਾ ਕੇ ਉਸ ਏਜੰਟ ਨਾਲ ਗੱਲ ਕਰਕੇ ਉਸ ਨੂੰ ਅੱਗੇ ਦਾ ਕੀ ਕਰਨਾ ਹੈ ਉਹ ਵੀ ਪੁੱਛਾਵਾਂਗੇ। ਨੂਰ ਬੋਲਿਆ, ਚੱਲ ਠੀਕ ਆ ਬਈ, ਜਿੱਦਾਂ ਤੂੰ ਕਹੇ। ਉਹ ਦੋਵੇਂ ਹੀ ਤਿਆਰ ਹੋ ਕੇ ਜਲਦੀ ਜਲਦੀ ਸਵੇਰੇ ਹੀ ਆਪਣੇ ਘਰ ਤੋਂ ਨਿਕਲ ਗਏ ਅਤੇ ਸ਼ਤਾਬਦੀ ਗੱਡੀ ਦੀ ਟਿਕਟ ਬੁੱਕ ਕਰਵਾ ਕੇ ਉਸ ਵਿੱਚ ਬਹਿ ਗਏ ਅਤੇ ਰੇਲ ਗੱਡੀ ਵਿੱਚ ਜਾਂਦੇ ਜਾਂਦੇ ਕਰਨ ਮਨ ਹੀ ਮਨ ਵਿੱਚ ਇਹ ਸੋਚ ਰਿਹਾ ਸੀ ਕਿ ਹੇ ਰੱਬਾ, ਇੱਕ ਵਾਰ ਅਮਰੀਕਾ ਜਾਣ ਦਾ ਸਬੱਬ ਬਣ ਜਾਵੇ ਤਾਂ ਮੈਂ ਆਪਣੇ ਘਰ ਦੇ ਸਾਰੇ ਰੋਣੇ ਧੋਣੇ ਧੋ ਦੇਵਾਂਗਾ। ਅਤੇ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਕਰਨ ਨੇ ਸਾਰੀ ਗੱਲ ਨੂਰ ਨੂੰ ਦੱਸ ਦਿੱਤੀ ਕਿ ਉਸਨੇ ਪੈਸਿਆਂ ਦਾ ਇੰਤਜ਼ਾਮ ਕਿਵੇਂ ਕੀਤਾ ਹੈ। ਜਦੋਂ ਇਹ ਗੱਲ ਨੂਰ ਨੇ ਸੁਣੀ ਤਾਂ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਅਤੇ ਉਹ ਕਰਨ ਨੂੰ ਅੱਗੋਂ ਕੁਝ ਵੀ ਨਾ ਕਹਿ ਸਕਿਆ ਅਤੇ ਅੱਖਾਂ ਬੰਦ ਕਰਕੇ ਆਪਣੀ ਗਰਦਨ ਸੀਟ ਪਿੱਛੇ ਲਟਕਾ ਕੇ ਇੱਕ ਬਹੁਤ ਡੂੰਘੀ ਚਿੰਤਾ ਵਿੱਚ ਚਲਾ ਗਿਆ ਅਤੇ ਕਰਨ ਵੀ ਨਰਮ ਜਿਹੀਆਂ ਅੱਖਾਂ ਕਰਕੇ ਨੂਰ ਵੱਲ ਤੱਕਦਾ ਰਿਹਾ। ਅਚਾਨਕ ਹੀ ਰੇਲ ਗੱਡੀ ਦੀ ਰਫ਼ਤਾਰ ਹੌਲੀ ਹੋ ਗਈ ਤੇ ਉਹਨਾਂ ਦੋਵਾਂ ਨੇ ਬਾਹਰ ਦੇਖਿਆ ਤਾਂ ਰੇਲਵੇ ਸਟੇਸ਼ਨ ਉੱਤੇ ਆ ਕੇ ਇੱਕ ਬੋਰਡ ਉੱਤੇ ਜਲੰਧਰ ਲਿਖਿਆ ਹੋਇਆ ਵੇਖਿਆ। ਉਹ ਦੋਵੇਂ ਜਲਦੀ ਜਲਦੀ ਰੇਲ ਗੱਡੀ ਵਿੱਚੋਂ ਉਤਰ ਕੇ ਉਸ ਏਜੰਟ ਵੱਲ ਨੂੰ ਹੋ ਤੁਰੇ। ਨੂਰ ਅਤੇ ਕਰਨ ਰਾਜ ਸਿੰਘ ਏਜੰਟ ਦੇ ਖੂਫੀਆ ਦਫ਼ਤਰ ਅੱਗੇ ਪਹੁੰਚ ਗਏ ਅਤੇ ਦਰਵਾਜ਼ਾ ਖੜਕੜਾਇਆ। ਉਹੀ ਕੁੜੀ ਉਹਨਾਂ ਨੂੰ ਅੰਦਰ ਲੈਣ ਵਾਸਤੇ ਆ ਗਈ ਜਿਹੜੀ ਪਹਿਲੀ ਵਾਰ ਆਈ ਸੀ। ਕਰਨ ਅਤੇ ਨੂਰ ਥੋੜ੍ਹਾ ਡਰਦੇ ਡਰਦੇ ਅੰਦਰ ਜਾ ਰਹੇ ਸੀ ਅਤੇ ਸੋਚ ਰਹੇ ਸੀ, ਪਤਾ ਨਹੀਂ ਉਹ ਰਾਜ ਸਿੰਘ ਨਾਂ ਦਾ ਬੰਦਾ ਕੀ ਬੋਲ ਦੇਵੇ। ਕਰਨ ਅਤੇ ਨੂਰ
ਸੋਫਿਆਂ ਉੱਤੇ ਜਾ ਕੇ ਬਹਿ ਗਏ ਜਿੱਥੇ ਰਾਜ ਸਿੰਘ ਨਾਂ ਦੇ ਬੰਦੇ ਨੇ ਆਉਣਾ ਸੀ। ਅਚਾਨਕ ਚੌਂ ਕਰਦਾ ਦਰਵਾਜ਼ਾ ਖੁੱਲ੍ਹਿਆ ਅਤੇ ਉਹੀ ਰਾਜ ਸਿੰਘ ਨਾਂ ਦਾ ਬੰਦਾ ਆ ਕੇ ਉਹਨਾਂ ਦੇ ਸਾਹਮਣੇ ਇੱਕ ਘੁੰਮਣ ਵਾਲੀ ਕੁਰਸੀ ਉੱਤੇ ਬੈਠ ਗਿਆ। ਹਾਲ ਚਾਲ ਪੁੱਛਣ ਤੋਂ ਬਾਅਦ ਕਹਿਣ ਲੱਗਾ, ਹਾਂ ਪੁੱਤਰੋ, ਕਿਵੇਂ ਹੋ ਫਿਰ? ਬਣਿਆ ਕਿ ਨਹੀਂ ਬਣਿਆ ਕੁਝ? ਐਵੇਂ ਆਪਣਾ ਸਮਾਂ ਬਰਬਾਦ ਕਰਨ ਤਾਂ ਨਹੀਂ ਆ ਗਏ? ਕਰਨ ਇੱਕਦਮ ਬੋਲਿਆ। ਕਰਨ, ਨਹੀਂ ਨਹੀਂ ਜੀ, ਅਜਿਹੀ ਕੋਈ ਗੱਲ ਨਹੀਂ, ਅਸੀਂ ਪੂਰੀ ਤਰ੍ਹਾਂ ਇੰਤਜ਼ਾਮ ਕਰਕੇ ਆਏ ਹਾਂ। ਇਹ ਗੱਲ ਸੁਣ ਕੇ ਰਾਜ ਸਿੰਘ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ, ਅੱਛਾ, ਫਿਰ ਤੁਸੀਂ ਇੰਤਜ਼ਾਮ ਕਰ ਹੀ ਲਿਆ। ਸੱਚ ਦੱਸਾਂ, ਮੈਨੂੰ ਨਹੀਂ ਲੱਗ ਰਿਹਾ ਸੀ ਕਿ ਤੁਸੀਂ ਇੰਨੀ ਜਲਦੀ ਮੇਰੇ ਕੋਲ ਵਾਪਸ ਮੁੜ ਆਵੋਗੇ, ਕਿਉਂਕਿ ਕਈ ਬੰਦੇ ਮੇਰੇ ਕੋਲ ਆਉਂਦੇ ਹਨ ਅਤੇ ਮੇਰੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ, ਪਰ ਜਿਹੜੇ ਕਰ ਲੈਂਦੇ ਹਨ ਉਹ ਸਿੱਧਾ ਅਮਰੀਕਾ ਹੀ ਹੁੰਦੇ ਹਨ। ਨੂਰ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਰਾਜ ਸਿਆਂ, ਜਿੱਦਾਂ ਦਾ ਤੂੰ ਲੱਗ ਰਿਹਾ ਹੈ, ਇਹ ਸਭ ਨੂੰ ਵੇਖ ਕੇ ਤਾਂ ਮੈਨੂੰ ਵੀ ਤੇਰੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ। ਰਾਜ ਸਿੰਘ, ਹਾਂ ਬਈ ਮੁੰਡਿਓ, ਦੇਰ ਨਾ ਕਰੋ। ਕਰਨ ਪੁੱਤਰ, ਤੂੰ ਆਪਣੇ ਜਿੰਨੇ ਵੀ 10ਵੀਂ ਅਤੇ 12ਵੀਂ ਜਿਹੜੀ ਤੂੰ ਪੜ੍ਹਾਈ ਕੀਤੀ ਆ, ਉਸ ਦੇ ਸਰਟੀਫਿਕੇਟ ਤੇ ਪਾਸਪੋਰਟ, ਇਹਨਾਂ ਸਭ ਦੀ ਫੋਟੋਕਾਪੀ ਮੈਨੂੰ ਭੇਜ ਦੇਵੀਂ ਤਾਂ ਕਿ ਮੈਂ ਤੇਰਾ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਵਾ ਸਕਾਂ, ਕਿਉਂਕਿ ਇਸ ਕੰਮ ਵਿੱਚ ਹੁੰਦੇ 2 ਮਹੀਨੇ ਲੱਗ ਜਾਣਗੇ ਅਤੇ 2.5 ਮਹੀਨਿਆਂ ਵਿੱਚ ਤੂੰ ਅਮਰੀਕਾ ਹੋਵੇਂਗਾ। ਇਹ ਗੱਲ ਸੁਣ ਕੇ ਕਰਨ ਨੂੰ ਬਹੁਤ ਵਧੀਆ ਲੱਗਾ ਤੇ ਉਸ ਦਾ ਹੌਸਲਾ ਅਮਰੀਕਾ ਜਾਣ ਵਾਸਤੇ ਵੱਧ ਗਿਆ। ਕਰਨ, ਹਾਂਜੀ ਅੰਕਲ ਜੀ, ਮੈਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਆਇਆ ਹਾਂ। ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਦੀ ਫੋਟੋਕਾਪੀ ਕਰਵਾ ਕੇ ਤੁਹਾਨੂੰ ਭੇਜ ਦੇਵਾਂ। ਰਾਜ ਸਿੰਘ, ਹਾਂਜੀ ਪੁੱਤਰ, ਮੈਨੂੰ ਇਹਨਾਂ ਦੀ ਫੋਟੋਕਾਪੀ ਕਰਵਾ ਕੇ ਜਲਦੀ ਦੇ ਤਾਂ ਕਿ ਮੈਂ ਤੇਰਾ ਕੰਮ ਹੋਰ ਵੀ ਜਲਦੀ ਸ਼ੁਰੂ ਕਰ ਸਕਾਂ। ਅਤੇ ਨਾਲ ਹੀ ਇੱਕ ਗੱਲ ਹੋਰ ਦੱਸਣੀ ਮੈਂ ਭੁੱਲ ਹੀ ਗਿਆ ਕਿ ਅੱਧੇ ਪੈਸੇ ਤੁਹਾਨੂੰ ਪਹਿਲਾਂ ਭੇਜਣੇ ਪੈਣਗੇ ਮੇਰੇ ਬੈਂਕ ਖਾਤੇ ਵਿੱਚ ਅਤੇ ਅੱਧੇ ਪੈਸੇ ਜਦੋਂ ਤੇਰਾ ਵੀਜ਼ਾ ਆ ਜਾਵੇਗਾ ਉਦੋਂ। ਨੂਰ, ਅੰਕਲ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਜੇਕਰ ਅਸੀਂ ਵੀਜ਼ਾ ਲੱਗਣ 'ਤੇ ਸਾਰੇ ਪੈਸੇ ਦਈਏ। ਰਾਜ ਸਿੰਘ, ਇੱਕ ਮਿੰਟ ਪੁੱਤਰ, ਮੈਂ ਤੁਹਾਡੀ ਗੱਲ ਹੀ ਕਰਵਾ ਦਿੰਦਾ ਹਾਂ ਤੁਹਾਡੇ ਯਾਰ ਦੋਸਤ ਪਾਲੀ ਨਾਲ, ਜਿਸ ਨੂੰ ਮੈਂ ਹੀ ਅਮਰੀਕਾ ਭਿਜਵਾਇਆ ਸੀ। ਰਾਜ ਸਿੰਘ ਨੇ ਝੱਟ ਹੀ ਫੋਨ ਪਾਲੀ ਨੂੰ ਮਿਲਾ ਦਿੱਤਾ। ਅੱਗੇ ਪਾਲੀ ਵੀ ਆਨਲਾਈਨ ਬੈਠਾ ਸੀ। ਜਦ ਪਾਲੀ ਨੇ ਵੇਖਿਆ ਕਿ ਰਾਜ ਸਿੰਘ ਅੰਕਲ ਦਾ ਫੋਨ ਆ ਰਿਹਾ ਹੈ ਤਾਂ ਉਸਨੇ ਝੱਟ ਹੀ ਫੋਨ ਚੁੱਕ ਲਿਆ ਤੇ ਕਿਹਾ, ਹਾਂਜੀ ਅੰਕਲ ਜੀ, ਕੀ ਗੱਲ ਹੋ ਗਈ? ਰਾਜ ਸਿੰਘ ਕਹਿਣ ਲੱਗਾ, ਬਈ ਤੇਰੇ ਦੋਸਤ ਥੋੜ੍ਹਾ ਜਿਹਾ ਮੇਰੇ 'ਤੇ ਸ਼ੱਕ ਜਿਹਾ ਕਰ ਰਹੇ ਹਨ। ਉਰੋਂ ਨੂਰ ਕਹਿ ਰਿਹਾ ਸੀ, ਨਹੀਂ ਅੰਕਲ ਜੀ, ਅਜਿਹੀ ਕੋਈ ਗੱਲ ਨਹੀਂ, ਅਸੀਂ ਤਾਂ ਵੈਸੇ ਹੀ ਕਹਿ ਰਹੇ ਸੀ। ਰਾਜ ਸਿੰਘ ਨੇ ਧੱਕੇ ਨਾਲ ਨੂਰ ਦੇ ਕੰਨ ਨੂੰ ਫੋਨ ਲਾ ਦਿੱਤਾ ਅਤੇ ਕਿਹਾ, ਬਈ ਆਪਣੇ ਯਾਰ ਦੋਸਤ ਤੋਂ ਇੱਕ ਵਾਰ ਚੰਗੀ ਤਰ੍ਹਾਂ ਮੇਰੇ ਬਾਰੇ ਪੁੱਛ ਲੈ। ਪਾਲੀ, ਹਾਂ ਨੂਰ, ਗੱਲ ਸੁਣ, ਇਹ ਬੰਦਾ ਮੇਰਾ ਬਹੁਤ ਜ਼ਿਆਦਾ ਵਿਸ਼ਵਾਸ ਪਾਤਰ ਬੰਦਾ ਹੈ। ਇਸ ਉੱਤੇ ਤੁਸੀਂ ਦੋਵੇਂ ਅੱਖਾਂ ਮੀਟ ਕੇ ਵਿਸ਼ਵਾਸ ਕਰੋ ਤੇ ਇਹ ਜਿਵੇਂ ਵੀ ਤੁਹਾਨੂੰ ਕਹਿ ਰਿਹਾ ਹੈ ਤੁਸੀਂ ਉਸੇ ਤਰ੍ਹਾਂ ਕਰਦੇ ਜਾਓ। ਨੂਰ, ਠੀਕ ਆ ਪਾਲੀ ਬਈ, ਜਿਸ ਤਰ੍ਹਾਂ ਤੂੰ ਕਹੇ, ਕੋਈ ਗੱਲ ਨਹੀਂ। ਤੇ ਕਰਨ ਨੇ ਆਪਣੇ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਕੱਢ ਕੇ ਸਾਰੀ ਹੀ ਰਾਜ ਸਿੰਘ ਏਜੰਟ ਨੂੰ ਫੜਾ ਦਿੱਤੀਆਂ ਅਤੇ ਕਿਹਾ ਕਿ ਅੰਕਲ ਜੀ, ਜਿੰਨਾ ਜਲਦੀ ਹੋ ਸਕਦਾ ਹੈ ਮੇਰਾ ਅਮਰੀਕਾ ਜਾਣ ਦਾ ਬੰਦੋਬਸਤ ਕਰ ਦਿਓ। ਰਾਜ ਸਿੰਘ, ਜੀ ਪੁੱਤਰ ਜੀ, ਤੁਸੀਂ ਫਿਕਰ ਨਾ ਕਰੋ, ਅਸੀਂ ਪੱਕੇ ਕੋਕੇ ਹੀ ਚੜ੍ਹਦੇ ਹਾਂ, ਸਾਡਾ ਕੋਈ ਕੱਚਾ ਕੰਮ ਨਹੀਂ ਹੁੰਦਾ। ਅੱਜ ਤੱਕ ਜਿਸ ਨੂੰ ਵੀ ਅਮਰੀਕਾ ਭੇਜਿਆ ਹੈ ਉਹ ਸਾਰੇ ਦੇ ਸਾਰੇ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਹਨ। ਕਰਨ ਪੁੱਤਰ, ਤੂੰ ਇਸ ਤਰ੍ਹਾਂ ਕਰੀ, ਮੈਨੂੰ ਤੂੰ ਕੱਲ੍ਹ ਜਾਂ ਪਰਸੋਂ ਤੱਕ 44 ਲੱਖ ਰੁਪਏ ਦਾ ਅੱਧਾ ਪੈਸਾ ਮੇਰੇ ਖਾਤੇ ਵਿੱਚ ਭੇਜ ਦੇਵੀਂ, ਮੈਂ ਤਾਂ ਹੀ ਜਲਦੀ ਤੋਂ ਜਲਦੀ ਕੁਝ ਕਰ ਪਾਵਾਂਗਾ। ਫਿਰ ਇੱਕਦਮ ਕਰਨ ਦੇ ਫੋਨ ਉੱਤੇ ਘੰਟੀ ਵੱਜੀ। ਜਦ ਦੇਖਿਆ ਕਰਨ ਨੇ ਉਸ ਦੀ ਮਾਂ ਦਾ ਫੋਨ ਆ ਰਿਹਾ ਸੀ ਤਾਂ ਕਰਨ ਉਸ ਸਮੇਂ ਇਸ ਕਮਰੇ ਤੋਂ ਬਾਹਰ ਚਲਾ ਗਿਆ ਅਤੇ ਫੋਨ ਚੁੱਕਿਆ ਤੇ ਕਹਿਣ ਲੱਗਾ, ਕੀ ਗੱਲ ਮੰਮੀ ਜੀ? ਕਰਨ ਦੀ ਮਾਂ, ਬੇ ਪੁੱਤ, ਸਾਡੇ 'ਤੇ ਤਾਂ ਕਹਿਰ ਹੀ ਟਹਿ ਗਿਆ। ਜਦੋਂ ਇਹ ਗੱਲ ਉਸ ਦੀ ਮਾਂ ਨੇ ਕਹੀ ਤਾਂ ਕਰਨ ਦੇ ਦਿਮਾਗ ਵਿੱਚ ਇਹ ਚਿੰਤਾ ਹੋ ਗਈ ਕਿ ਹੁਣ ਮੇਰੀ ਮਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ 3 ਕਿੱਲਿਆਂ ਨੂੰ ਵੀ ਵੇਚ ਦਿੱਤਾ ਹੈ। ਪਰ ਕਰਨ ਨੇ ਦਿਲ ਕਰੜਾ ਜਿਹਾ ਕਰਕੇ ਫਿਰ ਪੁੱਛਿਆ, ਮਾਂ ਗੱਲ ਵੀ ਕੀ ਹੋਈ ਆ? ਤੂੰ ਇੰਨਾ ਜ਼ੋਰ ਕੇ ਰੋ ਕਿਉਂ ਰਹੀ ਆ? ਕਰਨ ਦੀ ਮਾਂ ਜ਼ੋਰ ਕੇ ਰੋਂਦੀ ਹੋਈ, ਬੇ ਪੁੱਤ, ਕਿੱਥੇ ਆ ਤੂੰ ਜਲਦੀ ਘਰ ਆ ਜਾ, ਮੈਂ ਤਾਂ ਇਕੱਲੀ ਹੀ ਰਹਿ ਗਈ ਹਾਂ।
ਆ ਤੇਰਾ ਬਾਪੂ ਸਾਨੂੰ ਦੋਵਾਂ ਨੂੰ ਛੱਡ ਕੇ ਚਲਾ ਗਿਆ। ਵੇਖ ਪੁੱਤ, ਤੇਰਾ ਬਾਪੂ ਅੱਜ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ। ਮੇਰੇ ਕੋਲ ਆ ਜਾ, ਮੈਥੋਂ ਇਹ ਹਾਲ ਵੇਖ ਨਹੀਂ ਹੁੰਦਾ। ਮੈਂ ਇਸ ਮਰ ਜਾਣੇ ਨੂੰ ਮੈਂ ਕਿਹਾ ਸੀ ਕਿ ਘੱਟ ਪੀ ਲਿਆ ਕਰ, ਪਰ ਇਹ ਹਟਿਆ ਨਹੀਂ। ਪੁੱਤ ਹੁਣ ਤਾਂ ਤੂੰ ਹੀ ਮੇਰਾ ਸਭ ਕੁਝ ਆ। ਕਿੱਥੇ ਆ ਤੂੰ? ਆ ਜਾ ਪੁੱਤ, ਆ ਜਾ। ਜਦੋਂ ਇਹ ਸੰਭਾਲ ਰਹੀਆਂ ਸਨ ਅਤੇ ਹੌਸਲਾ ਦੇ ਰਹੀਆਂ ਸਨ ਕਿ ਭੈਣੇ ਹੌਸਲਾ ਰੱਖ, ਹੋਣੀ ਨੂੰ ਕੌਣ ਟਾਲ ਸਕਦਾ ਹੈ ਭਲਾ। ਪਰ ਕਰਨ ਦੀ ਮਾਂ ਤਾਂ ਆਪਣੇ ਪੱਟਾਂ ਤੇ ਛਾਤੀ ਉੱਤੇ ਹੱਥ ਮਾਰ ਕੇ ਰੋ ਰਹੀ ਸੀ। ਉਸ ਦੀ ਹਾਲਤ ਬੇਕਾਬੂ ਹੋ ਚੁੱਕੀ ਸੀ। ਕਰਨ ਤੇ ਨੂਰ ਸ਼ਾਮ ਨੂੰ ਘਰ ਪਹੁੰਚ ਗਏ। ਜਦੋਂ ਕਰਨ ਤੇ ਨੂਰ ਨੇ ਵੇਖਿਆ ਕਿ ਉਹਨਾਂ ਦੇ ਘਰ ਕਾਫੀ ਲੋਕਾਂ ਦੀ ਭੀੜ ਇਕੱਠੀ ਹੋ ਚੁੱਕੀ ਆ, ਤਾਂ ਕਰਨ ਸਿੱਧਾ ਹੀ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਰੇ ਦਾ ਸਾਰਾ ਦੁੱਖਾਂ ਦਾ ਪਹਾੜ ਕਰਨ ਅਤੇ ਉਸਦੀ ਮਾਂ ਦੇ ਸਿਰ ਉੱਤੇ ਟੁੱਟ ਗਿਆ ਹੋਵੇ। ਨੂਰ ਵੀ ਕਰਨ ਦੀ ਮਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਚੁੱਪ ਕਰਾ ਰਿਹਾ ਸੀ। ਨੂਰ ਦੇ ਮੂੰਹ ਤੋਂ ਕੋਈ ਵੀ ਸ਼ਬਦ ਨਹੀਂ ਨਿਕਲ ਰਹੇ ਸੀ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਗਰਮੀ ਬਹੁਤਾ, ਹੁਣ ਦੇਰ ਨਾ ਕੀਤੀ ਜਾਵੇ ਅਤੇ ਜਿੰਨਾ ਜਲਦੀ ਹੋ ਸਕੇ ਸੰਸਕਾਰ ਦਾ ਪ੍ਰਬੰਧ ਕੀਤਾ ਜਾਵੇ। ਆਂਢ ਗੁਆਂਢ ਦੇ ਮੁੰਡਿਆਂ ਨੇ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਸਿਵਿਆਂ ਦੇ ਵਿੱਚ ਪਹੁੰਚਾ ਦਿੱਤੀਆਂ ਸੀ। ਕਰਨ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ ਕਿ ਉਹ ਕੀ ਕਰੇ ਜਾਂ ਨਾ ਕਰੇ, ਕਿਉਂਕਿ ਇੱਕ ਪਿਓ ਦੇ ਅਚਾਨਕ ਹੀ ਤੁਰ ਜਾਣ ਦਾ ਦੁੱਖ ਉਸ ਸਮੇਂ ਸਿਰਫ ਅਤੇ ਸਿਰਫ ਕਰਨ ਤੇ ਉਸਦੀ ਮਾਂ ਨੂੰ ਹੀ ਪਤਾ ਸੀ, ਕਿਉਂਕਿ ਉਸਦਾ ਪਿਓ ਸ਼ਰਾਬੀ ਜ਼ਰੂਰ ਸੀ, ਪਰ ਇੱਕ ਤਰ੍ਹਾਂ ਘਰ ਵਿੱਚ ਬੈਠਾ ਬੰਦਾ ਚੌਂਕੀਦਾਰੀ ਦਾ ਕੰਮ ਕਰਦਾ ਹੈ। ਕਰਨ ਨੂੰ ਹੁਣ ਫਿਕਰ ਸਤਾ ਰਹੀ ਸੀ ਕਿ ਮਾਂ ਮੇਰੀ ਇਕੱਲੀ ਹੀ ਰਹਿ ਚੁੱਕੀ ਆ। ਸ਼ਾਮ ਦੇ ਵੇਲੇ ਸਾਰਿਆਂ ਨੇ ਇਕੱਠੇ ਹੋ ਕੇ ਕਰਨ ਦੇ ਪਿਤਾ ਦਾ ਸੰਸਕਾਰ ਕਰ ਦਿੱਤਾ, ਪਰ ਕਰਨ ਹਲੇ ਵੀ ਸੋਚ ਰਿਹਾ ਸੀ ਕਿ ਕਰਨ ਦੇ ਬਾਪੂ ਦਾ ਸੰਸਕਾਰ ਕਰਨ ਤੋਂ ਬਾਅਦ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਅਤੇ ਕੁਝ ਘਰ ਦੇ ਰਿਸ਼ਤੇਦਾਰ ਘਰ ਵਿੱਚ ਠਹਿਰ ਗਏ ਅਤੇ ਜਿੰਨਾ ਵੀ ਖਰਚਾ ਆ ਰਿਹਾ ਸੀ ਨੂਰ ਵਿਚਾਰਾ ਆਪਣੀ ਜੇਬ ਵਿੱਚੋਂ ਕਰ ਰਿਹਾ ਸੀ। ਕਰਨ ਆਪਣੇ ਵੱਲੋਂ ਪੈਸੇ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਨੂਰ ਉਸ ਨੂੰ ਰੋਕ ਦਿੰਦਾ ਅਤੇ ਆਪਣੇ ਵੱਲੋਂ ਕੱਢ ਕੇ ਜਿੰਨੇ ਵੀ ਪੈਸੇ ਬਣਦੇ ਉਹ ਦੇ ਦਿੰਦਾ। ਨੂਰ ਆਪਣੇ ਵੱਲੋਂ ਇੱਕ ਸੱਚੀ ਦੋਸਤੀ ਦੀ ਮਿਸਾਲ ਪੈਦਾ ਕਰ ਰਿਹਾ ਸੀ। ਵਿਚਾਰੀ ਕਰਮੋ ਅਤੇ ਉਸਦੀ ਸੱਸ ਵੀ ਕਰਨ ਹੁਣਾਂ ਦੇ ਘਰ ਵਿੱਚ ਬੈਠ ਕੇ ਕਰਨ ਦੀ ਮਾਂ ਨੂੰ ਹੌਸਲਾ ਦੇ ਰਹੇ ਸਨ। ਕੁਝ ਦਿਨ ਗੁਜ਼ਰਨ ਤੋਂ ਬਾਅਦ ਥੋੜੇ ਹਾਲਾਤ ਠੀਕ ਹੋਣ ਲੱਗ ਪਏ ਅਤੇ ਕਰਨ ਦੇ ਪਿਓ ਦੀ ਅੰਤਿਮ ਅਰਦਾਸ ਵੀ ਕਰ ਦਿੱਤੀ ਗਈ। ਹਾਲਾਤ ਥੋੜੇ ਜਿਹੇ ਕਾਬੂ ਵਿੱਚ ਆਉਣ ਤੋਂ ਬਾਅਦ ਅਚਾਨਕ ਹੀ ਕਰਨ ਨੇ ਰਾਜ ਸਿੰਘ ਏਜੰਟ ਨੂੰ ਫੋਨ ਕੀਤਾ। ਰਾਜ ਸਿੰਘ ਨੇ ਕਰਨ ਦੇ ਦੁੱਖ ਵਿੱਚ ਅਫਸੋਸ ਜ਼ਾਹਿਰ ਕੀਤਾ। ਇੱਥੇ ਕਰਨ ਫਿਰ ਵੀ ਹੌਸਲਾ ਨਹੀਂ ਹਾਰਿਆ ਤੇ ਉਸਦੇ ਮਨ ਵਿੱਚ ਸੀ ਕਿ ਜੋ ਵੀ ਕੁਦਰਤ ਦੁਆਰਾ ਕੀਤਾ ਗਿਆ ਹੈ ਉਸ ਨੂੰ ਉਸਨੇ ਕਬੂਲ ਕਰ ਲਿਆ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਈ, ਕੱਲੇ ਆਵਾ ਨਾਨਕਾ ਸਦੇ ਉੱਠੇ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਕਰਨ ਕਦੇ-ਕਦੇ ਨੂਰ ਨਾਲ ਇਹਨਾਂ ਬਾਰੇ ਗੱਲਬਾਤ ਵਿਚਾਰ ਵਿਮਰਸ਼ ਕਰਦਾ ਰਹਿੰਦਾ ਸੀ। ਹਾਲ ਚਾਲ ਪੁੱਛਣ ਤੋਂ ਬਾਅਦ ਰਾਜ ਸਿੰਘ ਨੇ ਅਸਲ ਗੱਲ ਤੋਰ ਲਈ ਅਤੇ ਕਰਨ ਨੂੰ ਪੁੱਛਣ ਲੱਗਾ ਕਿ ਪੁੱਤਰ ਦੱਸ ਫਿਰ ਅੱਗੇ ਕੀ ਕਰਨਾ ਹੈ। ਹੁਣ ਕਰਨ ਨੇ ਮੁੜ ਕੇ ਜਵਾਬ ਦਿੱਤਾ, ਇਹ ਅੰਕਲ ਜੀ ਤੁਸੀਂ ਦੱਸੋ ਹੁਣ ਅਸੀਂ ਕੀ ਕਰੀਏ। ਰਾਜ ਸਿੰਘ, ਪੁੱਤਰ ਮੈਂ ਤੁਹਾਡੇ ਸਾਰੇ ਕਾਗਜ਼ ਪੱਤਰ ਅੱਗੇ ਲਗਾ ਦਿੱਤੇ ਹਨ ਤੇ ਹੁਣ ਤੁਸੀਂ ਮੈਨੂੰ ਜਿੰਨਾ ਜਲਦੀ ਹੋ ਸਕੇ 44 ਲੱਖ ਵਿੱਚੋਂ ਅੱਧੇ ਪੈਸੇ ਭੇਜ ਦਿਓ ਤਾਂ ਕਿ ਮੈਂ ਜਲਦੀ ਤੋਂ ਜਲਦੀ ਤੈਨੂੰ ਅੱਗੇ ਦੀ ਜਾਣਕਾਰੀ ਦੇ ਸਕਾਂ। ਕਰਨ, ਭਾਈ ਸਾਹਿਬ ਫਿਰ ਤਾਂ ਸਾਨੂੰ ਬੈਂਕ ਵਿੱਚ ਜਾਣਾ ਪੈਣਾ। ਅਸੀਂ ਫਿਰ ਇਸ ਤਰ੍ਹਾਂ ਕਰਦੇ ਹਾਂ ਕਿ ਬੈਂਕ ਵਿੱਚ ਜਾ ਕੇ RTCG ਕਰਵਾ ਦਿੰਦੇ ਹਾਂ ਤੁਹਾਡੇ ਖਾਤੇ ਵਿੱਚ। ਰਾਜ ਸਿੰਘ, ਹਾਂਜੀ ਤੁਸੀਂ ਇਸੇ ਤਰ੍ਹਾਂ ਕਰੋ। ਅੱਜ ਤੁਸੀਂ ਇਹ ਕੰਮ ਕਰਵਾ ਦਿਓ, ਫਿਰ ਮੈਂ ਅੱਗੇ ਦੀ ਜਾਣਕਾਰੀ ਤੁਹਾਨੂੰ 2-3 ਦਿਨਾਂ ਦੇ ਵਿੱਚ ਦੇ ਦਿਆਂਗਾ। ਵਿਚਾਰਾ ਕਰਨ ਅਤੇ ਨੂਰ ਜਲਦੀ ਬੈਂਕ ਵੱਲ ਨੂੰ ਹੋ ਤੁਰੇ ਅਤੇ ਜਦੋਂ ਬੈਂਕ ਵਿੱਚ ਵੜੇ ਤਾਂ ਉਹਨਾਂ ਨੇ ਵੇਖਿਆ ਕਿ SBI ਬੈਂਕ ਵਿੱਚ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਕੋਈ ਅੰਦਰ ਪੈਸੇ ਕਢਵਾ ਰਿਹਾ ਸੀ ਤੇ ਕੋਈ ਪੈਸੇ ਜਮ੍ਹਾਂ ਕਰਵਾ ਰਿਹਾ ਸੀ। ਇਹ ਦ੍ਰਿਸ਼ ਵੇਖ ਕੇ ਕਰਨ ਨੂਰ ਵੱਲ ਵੇਖ ਕੇ ਥੋੜ੍ਹਾ ਜਿਹਾ ਮਾਯੂਸ ਜਿਹਾ ਹੋ ਗਿਆ ਤੇ ਕਹਿਣ ਲੱਗਾ, ਨੂਰ ਯਾਰ ਹੁਣ ਅਸੀਂ ਕੀ ਕਰੀਏ। ਨੂਰ, ਯਾਰ ਤੂੰ 1 ਮਿੰਟ ਇੱਥੇ ਹੀ ਖੜ, ਮੈਂ ਅੰਦਰ ਜਾ ਕੇ ਮੈਨੇਜਰ ਨਾਲ ਗੱਲ ਕਰਕੇ ਆਉਂਦਾ ਹਾਂ। ਨੂਰ ਸਿੱਧਾ ਹੀ ਅੰਦਰ ਜਾ ਕੇ ਮੈਨੇਜਰ ਦੇ ਆਫਿਸ ਵਿੱਚ ਜਾ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਮੈਨੇਜਰ ਆਪਣੇ ਬੈਂਕ ਕਰਮਚਾਰੀ ਨੂੰ ਮਿਲਣ ਤੋਂ ਬਾਅਦ ਆਫਿਸ ਵਿੱਚ ਆ ਕੇ ਨੂਰ ਦੇ ਸਾਹਮਣੇ ਬੈਠ ਗਿਆ ਅਤੇ ਨੂਰ ਨੇ ਕਹਿਣਾ ਸ਼ੁਰੂ ਕੀਤਾ
ਕਿ ਸਰ ਅਸੀਂ ਇੱਕ ਵੱਡੀ ਰਕਮ ਕਿਸੇ ਦੂਜੇ ਬੰਦੇ ਦੇ ਖਾਤੇ ਵਿੱਚ ਟ੍ਰਾਂਸਫਰ ਕਰਨੀ ਆ। ਮੈਨੇਜਰ ਨੇ ਪੁੱਛਿਆ, ਕਿਤਨੀ ਰਕਮ ਹੈ ਭਾਈ ਸਾਹਿਬ? ਨੂਰ ਨੇ ਕਿਹਾ ਕਿ ਮੈਨੇਜਰ ਸਾਹਿਬ 22 ਲੱਖ ਰੁਪਏ ਹੈ। ਜਦੋਂ ਇਹ ਗੱਲ ਮੈਨੇਜਰ ਨੇ ਸੁਣੀ ਤਾਂ ਉਹ ਵੀ ਇੱਕਦਮ ਹੱਕਾ ਵੱਕਾ ਜਿਹਾ ਰਹਿ ਗਿਆ। ਪਹਿਲਾਂ ਤਾਂ ਮੈਨੇਜਰ ਗੱਲ ਨੂੰ ਰਫਾ ਦਫਾ ਕਰਨ ਵਿੱਚ ਲੱਗਾ ਰਿਹਾ। ਇੰਨੇ ਨੂੰ ਉੱਪਰੋਂ ਕਰਨ ਵੀ ਆਫਿਸ ਵਿੱਚ ਆ ਗਿਆ। ਜਦੋਂ ਕਰਨ ਨੇ ਦੇਖਿਆ ਕਿ ਮੈਨੇਜਰ ਵੀ ਗੱਲ ਮੰਨਣ ਵਾਸਤੇ ਰਾਜ਼ੀ ਨਹੀਂ ਆ ਤਾਂ ਉਹਨੇ ਮੈਨੇਜਰ ਨੂੰ ਇੱਕ ਪਾਸੇ ਬੁਲਾ ਕੇ ਉਸ ਦੀ ਜੇਬ ਵਿੱਚ 1000 ਰੁਪਏ ਪਾ ਦਿੱਤੇ ਅਤੇ ਥੋੜ੍ਹੀ ਦੇਰ ਬਾਅਦ ਹੀ ਮੈਨੇਜਰ ਨੇ ਇੱਕ ਕਰਮਚਾਰੀ ਨੂੰ ਬੁਲਾ ਕੇ ਇੱਕ ਛੋਟਾ ਜਿਹਾ ਫਾਰਮ ਭਰ ਕੇ ਉਸ ਉੱਤੇ ਕਰਨ ਦੇ ਦਸਤਖਤ ਕਰਵਾ ਦਿੱਤੇ ਅਤੇ ਉਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ 22 ਲੱਖ ਰੁਪਏ ਰਾਜ ਸਿੰਘ ਦੇ ਖਾਤੇ ਵਿੱਚ ਪੈ ਗਏ। ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਪੂਰਾ ਨਾਵਲ ਸੁਣਨ ਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਅੱਜ ਦਾ ਨਾਵਲ ਕਿਵੇਂ ਲੱਗਿਆ। ਧੰਨਵਾਦ ਜੀ।